हाँ जी स्टूडेंट, ਤੁਹਾਡਾ ਸਵਾਗਤ ਹੈਗਾ ਸਾਡੇ ਚੈਨਲ ਹਿਸਟਰੀ ਮਾਸਟਰ ਦੇ ਉੱਪਰ। ਸੋ ਅੱਜ ਅਸੀਂ ਦੇਖਾਂਗੇ ਜੀ ਜੋ ਮੈਪ ਵਗੈਰਾ ਸਾਨੂੰ ਆਉਂਦੇ ਹੈਗੇ। ਜਿਸ ਤਰ੍ਹਾਂ ਤੁਸੀਂ ਗ੍ਰੈਜੂਏਸ਼ਨ ਦਾ ਸਿਲੇਬਸ ਆਪਾਂ ਦੇਖਦੇ ਹਾਂ ਨਾ, ਕੁਝ ਮੈਪ ਜਿਹੜੇ ਆਉਂਦੇ ਗਿਆ। ਮੈਪ ਸਾਨੂੰ ਵੈਸੇ ਵੀ ਪਤਾ ਹੋਣਾ ਚਾਹੀਦਾ ਹੈਗਾ ਕਿ ਹਾਂ ਜੀ ਮੈਪ ਐਕਚੁਅਲ ਦੇ ਵਿੱਚ ਜਿਹੜੀ ਪਲੇਸ ਹੈਗੀ ਆ ਉਹ ਕਿੱਥੇ ਹੈ, ਉਹ ਲੋਕੇਟ ਕਿੱਥੇ ਆ। ਕਲੀਅਰ, ਉਹਨਾਂ ਦੇ ਬਾਰੇ ਆਪਾਂ ਗੱਲ ਕਰਾਂਗੇ। ਚਲੋ ਜੀ ਸਟਾਰਟ ਕਰਦੇ ਹਾਂ। ਅੱਜ ਜਿਹੜੇ ਸਾਡੇ ਆਪਾਂ ਮੈਪ ਕਰਨਾ ਹੈਗਾ, ਜਿਸ ਦੇ ਵਿੱਚ ਜਿਹੜੇ ਇੰਪੋਰਟੈਂਟ ਪਲੇਸ ਹੈਗੇ ਆ ਬੁੱਧਿਜ਼ਮ ਦੇ ਨਾਲ ਅਤੇ ਜੈਨਿਜ਼ਮ ਦੇ ਨਾਲ, ਮਤਲਬ ਜੋ ਕਿ ਬੁੱਧ ਦੇ ਲਾਈਫ ਦੇ ਨਾਲ ਸੰਬੰਧਿਤ ਸੀਗੇ ਜਾਂ ਫਿਰ ਮਹਾਂਵੀਰ ਦੇ ਜੀਵਨ ਦੇ ਨਾਲ ਜਿਹੜੇ ਵੀ ਪਲੇਸ ਦੀ ਇੰਪੋਰਟੈਂਸ ਸੀਗੀ, ਉਹਨਾਂ ਨੂੰ ਅਸੀਂ ਮੈਪ ਦੇ ਵਿੱਚ ਵੇਖਾਂਗੇ ਕਿੱਦਾਂ ਉਹਨੂੰ ਆਪਾਂ ਫਿਲ ਕਰਦੇ ਹਾਂ ਅਤੇ ਕਿੱਦਾਂ ਉਹਨਾਂ ਨੂੰ ਤੁਸੀਂ ਐਕਸਪਲੇਨ ਆ ਜਿਹੜਾ ਕਰਨਾ ਹੈਗਾ। ਕਲੀਅਰ। ਦੇਖੋ ਜੀ ਇਸ ਤਰ੍ਹਾਂ ਦਾ ਪਹਿਲਾਂ ਤੁਹਾਨੂੰ ਜਿਹੜਾ ਮੈਪ ਤੁਸੀਂ ਤੁਹਾਡੇ ਪਾਸ ਹੋਵੇਗਾ ਉਸ ਨੂੰ ਫਿਲ ਕਿੱਦਾਂ ਕਰਨਾ ਹੈਗਾ, ਪਹਿਲਾਂ ਆਪਾਂ ਉਹਦੀ ਗੱਲ ਕਰਾਂਗੇ। ਕਲੀਅਰ। ਇੱਥੇ ਅਸੀਂ ਓਵਰਆਲ ਸਭ ਤੋਂ ਪਹਿਲਾਂ ਜਦੋਂ ਮੈਪ ਦੀ ਤੁਸੀਂ ਗੱਲ ਕਰਨੀ ਆ ਤਾਂ ਕਿਹੜੇ ਟਾਈਮ ਦੀ ਤੁਸੀਂ ਟਾਈਮ ਜ਼ਰੂਰ ਯਾਦ ਰੱਖਣਾ ਹੈਗਾ। ਕਲੀਅਰ, ਕਿ ਕਿਹੜੇ ਟਾਈਮ ਦਾ ਅਸੀਂ ਮੈਪ ਆ ਜਿਹੜਾ ਕਰ ਰਹੇ ਹਾਂ। ਦੇਖੋ ਜੀ ਇਹਦਾ ਮਤਲਬ ਇਹ ਹੈ ਕਿਉਂਕਿ ਜੇਕਰ ਅਸੀਂ ਗੱਲ ਕਰਾਂਗੇ, ਦੇਖੋ ਆਪਾਂ ਹੁਣ ਬੁੱਧਇਜ਼ਮ ਦੀ ਜਾਂ ਜੈਨਿਜ਼ਮ ਦੀ ਗੱਲ ਕਰ ਰਹੇ ਹਾਂ, ਉਦੋਂ ਦੇ ਮੈਪ ਦੀ ਗੱਲ ਕਰਾਂਗੇ। ਠੀਕ ਹੈ, ਤਾਂ ਜਦੋਂ ਟਾਈਮ ਦੀ ਗੱਲ ਆ ਗਈ ਤਾਂ ਪਤਾ ਹੋਏਗਾ ਕਿ ਹਾਂਜੀ ਇਸ ਸਮੇਂ ਕੋਈ ਨਿਊ ਕੰਟਰੀ ਤਾਂ ਨਹੀਂ ਬਣੀ, ਕੋਈ ਇੰਡੀਆ ਦਾ ਪਾਰਟ ਅਲੱਗ ਤਾਂ ਨਹੀਂ ਹੋਇਆ। ਕਲੀਅਰ, ਕਿਸੇ ਵੀ ਕੰਟਰੀ ਦਾ ਲਗਾ ਲਓ। ਤਾਂ ਕਰਕੇ ਕਿਉਂਕਿ ਟਾਈਮ ਟੂ ਟਾਈਮ ਕੀ ਹੈਗਾ, ਕੁਝ ਚੇਂਜ ਨੇ ਜਿਹੜੇ ਮੈਪ ਦੇ ਵਿੱਚ ਜਾਂ ਬਾਉਂਡਰੀ ਦੇ ਵਿੱਚ ਜਿਹੜੇ ਆਉਂਦੇ ਰਹਿੰਦੇ ਆ। ਜਿਸ ਤਰ੍ਹਾਂ ਆਪਾਂ ਇੰਡੀਆ ਦੀ ਜੇਕਰ ਗੱਲ ਕਰਦੇ ਹੈਗੇ ਆ 1947 ਦੇ ਵਿੱਚ ਕੀ ਸੀਗਾ ਕਿ ਇੰਡੀਆ ਕੀ ਸੀਗਾ 2 ਪਾਰਟਸ ਦੇ ਵਿੱਚ ਡਿਵਾਈਡ ਹੋ ਗਿਆ ਸੀ, ਤਾਂ ਜਿਹਦੇ ਨਾਲ ਕੀ ਸੀਗਾ ਜਿਹੜੇ ਪਾਰਟ ਹੈਗਾ ਜਿਸ ਨੂੰ ਅਸੀਂ ਪਾਕਿਸਤਾਨ ਕਹਿਣ ਲੱਗ ਗਏ। ਕਲੀਅਰ, ਤਾਂ ਕਰਕੇ ਕੀ ਹੈ ਉਹ ਤੁਸੀਂ ਯਾਦ ਰੱਖਣਾ ਹੈ। ਦੇਖੋ ਜੇ ਤਾਂ 47 ਤੋਂ ਬਾਅਦ ਦੀ ਗੱਲ ਕਰਾਂਗੇ ਤਾਂ ਪਾਕਿਸਤਾਨ ਉਰੇ ਮੈਂਸ਼ਨ ਹੋਏਗਾ, ਅਦਰਵਾਈਜ਼ ਇਸ ਨੂੰ ਅਸੀਂ ਪੰਜਾਬ ਦੇ ਵਿੱਚ ਹੀ ਕਾਊਂਟ ਕਰਾਂਗੇ। ਤਾਂ ਕਰਕੇ ਕੀ ਹੈਗਾ ਗਾ ਮੈਪ ਦੇ ਵਿੱਚ ਤੁਸੀਂ ਇਹ ਜ਼ਰੂਰ ਯਾਦ ਰੱਖਣਾ ਹੈਗਾ ਕਿ ਅਸੀਂ ਕਿਹੜੇ ਟਾਈਮ ਦਾ ਜਾਂ ਕਿਹੜੇ ਈਅਰ ਦਾ ਮੈਪ ਅਸੀਂ ਕਰ ਰਹੇ ਹਾਂ, ਤਾਂ ਉੱਥੇ ਉਹ ਸਟੇਟ ਜਾਂ ਕੰਟਰੀ ਉਹ ਬਣ ਗਈ ਸੀ ਜਾਂ ਨਹੀਂ ਬਣ ਗਈ ਸੀ, ਇਹ ਜ਼ਰੂਰ ਧਿਆਨ ਰੱਖਣਾ ਹੈਗਾ। ਕਲੀਅਰ, ਓਕੇ। ਉਸ ਤੋਂ ਇਲਾਵਾ ਅਸੀਂ ਹੋਰ ਜੇਕਰ ਦੇਖਣਾ ਹੈਗਾ, ਦੇਖੋ ਇਹਨੂੰ ਅਸੀਂ 4 ਪਾਰਟਸ ਦੇ ਵਿੱਚ ਡਿਵਾਈਡ ਕਰਦੇ ਹੁੰਦੇ ਹਾਂ। ਇਹ ਸਾਡਾ ਨੌਰਥ ਉੱਤਰ ਦਾ ਪਾਰਟ ਹੈਗਾ ਜੀ, ਈਸਟਰਨ ਆ ਗਿਆ ਇੱਧਰ ਸਾਡਾ ਵੈਸਟਰਨ ਆ ਗਿਆ, ਇਹ ਸਾਡਾ ਡੈਕਨ ਜਿਹਨੂੰ ਅਸੀਂ ਦੱਖਣ ਵੀ ਕਹਿ ਦਿੰਦੇ ਹੈਗੇ ਆ। ਕਲੀਅਰ, ਤਾਂ ਕਰਕੇ 4 ਪਾਰਟਸ ਦੇ ਵਿੱਚ ਪਹਿਲਾਂ ਤਾਂ ਡਿਵਾਈਡ ਕੀਤਾ ਜਾਂਦਾ ਮੈਪ। ਕਲੀਅਰ, ਇਹ ਜ਼ਰੂਰ ਯਾਦ ਰੱਖਿਓ ਕਿਉਂਕਿ ਡਾਇਰੈਕਸ਼ਨ ਆ ਜਾਂਦੇ ਹੈਗੇ ਸਾਨੂੰ ਡਾਇਰੈਕਟ ਹੈ ਨਾ, ਤਾਂ ਕਰਕੇ ਜ਼ਰੂਰ ਯਾਦ ਰੱਖਣੀ ਆ ਕਿ ਡਾਇਰੈਕਸ਼ਨ ਦੇ ਅਕੋਰਡਿੰਗ ਤੁਹਾਨੂੰ ਪਤਾ ਹੋਵੇ ਕਿ ਹਾਂਜੀ ਜਿਹੜਾ ਇਹ ਸਟੇਟ ਹੈ ਜਾਂ ਕੰਟਰੀ ਹੈ। ਵਰਲਡ ਲੈਵਲ ਦੇ ਵੀ ਆਪਾਂ ਮੈਪ ਕਰਾਂਗੇ, ਫਿਲਹਾਲ ਆਪਾਂ ਇੰਡੀਆ ਦੇ ਹੀ ਕਰ ਰਹੇ ਹਾਂਗੇ। ਕਲੀਅਰ, ਤਾਂ ਕਰਕੇ ਤੁਹਾਨੂੰ ਪਤਾ ਹੋਵੇ ਕਿ ਹਾਂ ਜੀ ਨੌਰਥ ਸਾਈਡ ਕਿਹੜਾ ਹੈ, ਈਸਟਰਨ ਅਤੇ ਡੈਕਨ ਅਤੇ ਵੈਸਟਰਨ। ਕਲੀਅਰ ਜੀ, ਇਹ ਵੀ ਤੁਹਾਨੂੰ ਗੱਲ ਆ ਜਿਹੜੀ ਕਲੀਅਰ ਹੋਣੀ ਚਾਹੀਦੀ ਆ। ਚਲੋ ਜੀ ਆਪਾਂ ਦੇਖਦੇ ਹਾਂ। ਦੇਖੋ ਜੇਕਰ ਅਸੀਂ ਬੁੱਧਇਜ਼ਮ ਦੇ ਟਾਈਮ ਦੇ ਸਮੇਂ ਦਾ ਮੈਪ ਫਿਲ ਕਰਨਾ ਹੈਗਾ, ਦੇਖੋ ਇੱਥੇ ਕੀ ਹੈ ਸਾਡਾ ਹਿਮਾਲਿਆ ਰਹੇਗਾ। ਕਲੀਅਰ ਜੀ, ਇੱਥੇ ਹੈ ਹਿਮਾਲਿਆ ਰੇਂਜ ਜਿਹਨੂੰ ਆਪਾਂ ਕਹਿੰਦੇ ਹਾਂ ਹਿਮਾਲਿਆ ਆ ਜਾਏਗਾ। ਕਲੀਅਰ, ਸਭ ਤੋਂ ਪਹਿਲਾਂ ਤੁਸੀਂ ਉਰੇ ਹਿਮਾਲਿਆ ਲਿਖ ਲੈਣਾ ਹੈਗਾ। ਕਲੀਅਰ, ਜਦੋਂ ਤੁਸੀਂ ਹਿਮਾਲਿਆ ਲਿਖ ਲਓਗੇ, ਹੁਣ ਮੈਂ ਤੁਹਾਨੂੰ ਦੱਸਾਂਗਾ ਕਿ ਤੁਸੀਂ ਫਿਲ ਕਿੱਦਾਂ ਕਰਨਾ। ਦੇਖੋ ਇੱਥੇ ਤੁਹਾਨੂੰ ਇੱਕ ਵਾਰ ਦਿਖਾਤਾ, ਇੱਥੇ ਤੁਸੀਂ ਕੀ ਲਿਖਣਾ ਗਾ, ਹਿਮਾਲਿਆ ਲਿਖ ਲੈਣਾ ਗਾ। ਜਦੋਂ ਤੁਸੀਂ ਹਿਮਾਲਿਆ ਲਿਖ ਲਿਆ ਉਸ ਤੋਂ ਬਾਅਦ ਅੱਗੇ ਚਲੇ ਜਾਂਦੇ ਆਪਾਂ। ਦੇਖੋ ਇੱਥੇ ਦੇਖਾਂਗੇ, ਥੋੜ੍ਹਾ ਜਿਹਾ ਜ਼ੂਮ ਕਰ ਲੈਂਦੇ ਇਹਨੂੰ ਆਪਾਂ। ਕਲੀਅਰ, ਹਾਂਜੀ ਦੇਖੋ ਤੁਸੀਂ ਹਿਮਾਲਿਆ ਲਿਖ ਲਿਆ। ਕਲੀਅਰ, ਇੱਦਾਂ 2 ਪਾਰਟਸ ਦੇ ਵਿੱਚ ਲਿਖਣਾ, ਹਿਮਾਲਿਆ ਪਰਬਤ ਇੱਦਾਂ ਲਿਖਣਾ ਹੈਗਾ। ਕਲੀਅਰ, ਤਾਂ ਜਦੋਂ ਤੁਸੀਂ ਇੱਦਾਂ ਲਿਖ ਲਿਆ ਹਿਮਾਲਿਆ ਦੇ ਉੱਪਰ ਤੁਸੀਂ ਲਿਖੋਗੇ ਚਾਈਨਾ, ਚੀਨ ਤੁਸੀਂ ਲਿਖ ਸਕਦੇ ਹੋ, ਚਾਈਨਾ ਲਿਖ ਦੋਗੇ। ਜਿੱਥੇ ਤੁਸੀਂ ਪਰਬਤ ਲਿਖਿਆ ਉੱਥੇ ਤੁਸੀਂ ਲਿਖੋਗੇ ਤਿੱਬਤ ਉੱਪਰਲੀ ਸਾਈਡ ਉਹਦੇ। ਉਸ ਤੋਂ ਬਾਅਦ ਜਿੱਥੇ ਤੁਸੀਂ ਹਿਮਾਲਿਆ ਲਿਖਿਆ ਉਸਦੇ ਨੀਚੇ ਲਿਖੋਗੇ ਨੇਪਾਲ, ਅਤੇ ਜਿੱਥੇ ਤੁਸੀਂ ਪਰਬਤ ਲਿਖਿਆ ਉਸਦੇ ਨੀਚੇ ਇੱਥੇ ਲਿਖੋਗੇ ਤੁਸੀਂ ਭੂਟਾਨ। ਕਲੀਅਰ, ਦੇਖੋ ਜੀ ਸਿਰਫ ਸਾਨੂੰ ਇੱਕੋ ਚੀਜ਼ ਦਾ ਪਤਾ ਸੀ, ਹਿਮਾਲਿਆ ਪਰਬਤ। ਕਲੀਅਰ, ਹਿਮਾਲਿਆ ਰੇਂਜ ਦਾ ਸਾਨੂੰ ਪਤਾ ਸੀ, ਹਿਮਾਲਿਆ ਰੇਂਜ ਆਉਂਦੀ ਹੈ ਸਾਡੀ ਸਾਰੀ। ਤਾਂ ਉੱਥੋਂ ਹੀ ਅਸੀਂ 4 ਹੋਰ ਜਿਹੜੇ ਡਾਇਰੈਕਸ਼ਨਾਂ ਦਾ ਪਤਾ ਲਗਾ ਲਿਆ। ਦੇਖੋ ਇੱਕ ਵਾਰ ਦੁਬਾਰਾ ਤੋਂ ਹਿਮਾਲਿਆ ਰੇਂਜ ਤੁਹਾਨੂੰ ਇੱਥੇ ਪਤਾ ਕਿ ਇੱਥੇ ਆ ਹਿਮਾਲਿਆ ਰੇਂਜ, ਉਰੇ ਲਿਖ ਲਓ ਹਿਮਾਲਿਆ ਪਰਬਤ, ਇੱਥੇ ਤੱਕ ਇੱਦਾਂ ਲਿਖ ਲਓ। ਹਿਮਾਲਿਆ ਦੇ ਉੱਪਰ ਕੀ ਲਿਖੋਗੇ, ਚਾਈਨਾ ਲਿਖ ਦੋਗੇ। ਪਰਬਤ ਦੇ ਉੱਪਰ ਕੀ ਲਿਖ ਦੋਗੇ, ਤਿੱਬਤ ਲਿਖ ਦੋਗੇ। ਹਿਮਾਲਿਆ ਦੇ ਨੀਚੇ ਲਿਖ ਦੋਗੇ ਨੇਪਾਲ ਅਤੇ ਪਰਬਤ ਦੇ ਨੀਚੇ ਲਿਖ ਦੋਗੇ ਭੂਟਾਨ। ਦੇਖੋ ਪਹਿਲਾਂ ਤਾਂ ਇੱਥੇ ਤੱਕ ਦੇਖੋ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ, ਤੁਸੀਂ ਇੱਦਾਂ ਹੀ ਲਿਖਣਾ ਹੈਗਾ ਪਹਿਲਾਂ ਦਾ। ਕਲੀਅਰ ਜੀ,
ਉਸ ਤੋਂ ਬਾਅਦ ਜੇਕਰ ਹੋਰ ਆਪਾਂ ਗੱਲ ਕਰਦੇ ਹੈਗੇ ਥੋੜ੍ਹਾ ਜਿਹਾ ਹੋਰ ਆਪਾਂ ਨੀਚੇ ਆਵਾਂਗੇ। ਜਦੋਂ ਨੀਚੇ ਆਓਗੇ ਭੂਟਾਨ ਤੋਂ ਜਿਹੜਾ ਇੱਧਰਲਾ ਪਾਰਟ ਹੈਗਾ ਦੇਖੋ ਦਿਖ ਰਿਹਾ ਤੁਹਾਨੂੰ, ਬਰਮਾ ਜਿਹਨੂੰ ਕਹਿ ਦਿੰਦੇ ਆ ਨਾ, ਮਿਆਂਮਾਰ ਵੀ ਕਿਹਾ ਜਾਂਦਾ ਗਾ, ਤਾਂ ਇਹ ਤੁਸੀਂ ਇੱਥੇ ਫਿਲ ਕਰ ਦੇਣਾ ਗਾ। ਕਲੀਅਰ ਜੀ, ਦੇਖੋ ਇੱਥੇ ਤੱਕ ਤੁਸੀਂ ਫਿਲ ਕਰਨਾ ਗਾ। ਕਲੀਅਰ। ਉਸ ਤੋਂ ਬਾਅਦ ਫਿਰ ਅਸੀਂ ਦੇਖ ਦੇਂਗੇ ਥੋੜ੍ਹਾ ਪਹਿਲਾਂ ਆਪਾਂ ਉੱਪਰੋਂ ਹੀ ਫਿਲ ਕਰਾਂਗੇ ਸਾਰਾ ਦਾ ਸਾਰਾ। ਕਲੀਅਰ। ਓਕੇ। ਫਿਰ ਅਸੀਂ ਇਹ ਪਾਰਟ ਦੇਖਦੇ ਹਾਂ। ਦੇਖੋ ਇਸ ਨੂੰ ਅੱਜ ਕੱਲ੍ਹ ਜੇਕਰ ਅਸੀਂ ਗੱਲ ਕਰੀਏ ਜੰਮੂ ਕਸ਼ਮੀਰ ਦਾ ਪਾਰਟ ਆ ਗਿਆ ਨਾ। ਕਲੀਅਰ। ਤਾਂ ਇੱਥੇ ਜਿਹੜਾ ਇਹ ਪਾਰਟ ਹੈ, ਹੁਣ ਆਪਾਂ ਇਹ ਪਾਰਟ ਦੀ ਗੱਲ ਕਰਾਂਗੇ। ਕਲੀਅਰ। ਦੇਖੋ ਇੱਥੇ ਤੁਸੀਂ ਰੀਵਰ ਦੇਖੋ, ਉਸ ਸਮੇਂ ਕੀ ਸੀਗਾ, ਜ਼ਿਆਦਾ ਜਿਹੜੇ ਕੰਟਰੀਆਂ ਜਾਂ ਸਟੇਟ ਹਜੇ ਨਹੀਂ ਬਣੇ ਸੀ, ਸਿਰਫ ਰੀਵਰ ਦੇ ਉੱਪਰ ਸੀ, ਕਿਉਂਕਿ ਹੜੱਪਾ ਸਿਵਲਾਈਜੇਸ਼ਨ ਤੋਂ ਬਾਅਦ ਕੁਝ ਕੁ ਟਾਈਮ ਬਾਅਦ ਹੀ ਅਸੀਂ ਦੇਖ ਰਹੇ ਹਾਂਗੇ, ਹੈ ਨਾ। ਤਾਂ ਕਰਕੇ ਕੀ ਹੈਗਾ, ਤੁਸੀਂ ਰੀਵਰ ਨੂੰ ਯਾਦ ਰੱਖਣਾ। ਤਾਂ ਇੱਥੇ ਜਿਹੜੀਆਂ 5 ਰੀਵਰ ਨੇ, 5 ਆ ਪਲੱਸ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਪੰਜਾਬ, ਤਾਂ ਇਹ ਪੰਜਾਬ ਹੈ ਓਲਡ ਜੀ। ਕਲੀਅਰ। ਤਾਂ ਯਾਦ ਰੱਖਿਓ ਇਹ ਪੰਜਾਬ ਦਾ ਮੈਪ ਹੈਗਾ, ਕਿਉਂਕਿ ਉਸ ਸਮੇਂ ਪਾਕਿਸਤਾਨ ਆ ਜਿਹੜਾ ਹਜੇ ਨਹੀਂ ਬਣਿਆ ਸੀਗਾ। ਕਲੀਅਰ। ਤਾਂ ਤੁਸੀਂ ਇਹ ਜ਼ਰੂਰ ਯਾਦ ਰੱਖਣਾ, ਇੱਥੇ ਆਪਾਂ ਪੰਜਾਬ ਨੂੰ ਹੀ ਫਿਲ ਕਰ ਰਹੇ ਹਾਂਗੇ। ਇਹ ਪੰਜਾਬ ਨੂੰ ਕਿੱਦਾਂ ਫਿਲ ਕਰਨਾ ਉਹ ਦੇਖੋ। ਇਹ ਹੈ ਇੰਡਸ, ਇੰਡਸ ਜਿਹਨੂੰ ਅਸੀਂ ਇੰਡਸ ਜਿਹੜੀ ਰਿਵਰ ਸੀਗੀ ਸਾਡੀ, ਇੰਡਸ ਰਿਵਰ ਆ ਗਈ ਸਾਰੀ ਦੀ ਸਾਰੀ। ਉਸ ਤੋਂ ਬਾਅਦ ਇੱਥੋਂ ਤੁਸੀਂ ਦੇਖੋਗੇ ਜਿਹੜੀ ਚਨਾਬ ਹੈ, ਸੌਰੀ ਜੇਹਲਮ, ਇਹ ਜੇਹਲਮ ਆ ਗਈ। ਉਸ ਤੋਂ ਨੀਚੇ ਹੀ ਰਹੇਗੀ ਚਨਾਬ, ਫਿਰ ਰਹੇਗੀ ਰਾਵੀ, ਰਾਵੀ ਤੋਂ ਅੱਗੇ ਹੀ ਪਾਰਟ ਹੋ ਜਾਏਗਾ ਬਿਆਸ ਦਾ, ਜਿਹੜੀ ਕਿੱਥੇ ਐਂਟਰ ਕਰ ਰਹੀ ਹੈ, ਦੇਖੋ ਪੰਜਾਬ ਦੇ ਵਿੱਚ ਐਂਟਰ ਕਰ ਰਹੀ ਆ। ਉਸ ਤੋਂ ਬਾਅਦ ਨੀਚੇ ਆ ਜਾਏਗਾ ਸਤਲੁਜ। ਦੇਖੋ 5 ਰਿਵਰ ਹੋ ਗਿਆ, 5 ਜਿਹੜੇ ਦਰਿਆ ਜਿਹਨੂੰ ਆਪਾਂ ਕਹਿੰਦੇ ਹੈਗੇ ਆ। ਸੀਕੁਐਂਸ ਵਾਈਜ਼ ਹੀ ਰੱਖਣਾ ਹੈਗਾ ਤੁਸੀਂ, ਜਿਸ ਤਰ੍ਹਾਂ ਹੈਗਾ। ਦੇਖੋ ਉੱਪਰ ਕੀ ਹੈਗਾ ਸਾਡਾ, ਜੇਹਲਮ ਹੈਗਾ, ਫਿਰ ਚਨਾਬ ਹੈ ਜੀ, ਰਾਵੀ, ਬਿਆਸ ਅਤੇ ਸਤਲੁਜ, ਇਹ ਇੰਡਸ ਹੈ। ਕਲੀਅਰ। ਤਾਂ ਤੁਸੀਂ ਇਹ 5 ਜ਼ਰੂਰ ਯਾਦ ਰੱਖਣਾ, ਇੱਦਾਂ ਹੀ ਲਿਖਣਾ ਹੈਗਾ ਸੀਕੁਐਂਸ ਵਾਈਜ਼, ਇੱਦਾਂ ਨਹੀਂ ਹੈਗਾ ਤੁਸੀਂ ਸਤਲੁਜ ਨੂੰ ਉੱਪਰ ਨਹੀਂ ਲਿਖ ਸਕਦੇਗੇ। ਕਲੀਅਰ। ਯਾਦ ਰੱਖਿਓ ਇੱਦਾਂ ਹੀ ਲਿਖਣਾ ਹੈਗਾ ਜਿੱਦਾਂ ਇੱਥੇ ਲਿਖਿਆ ਹੋਇਆ ਹੈਗਾ। 5 ਦੀਆਂ 5 ਰਿਵਰ ਜਦੋਂ ਫਿਲ ਕਰ ਦੋਗੇ ਤਾਂ ਇਹ ਕੀ ਹੋ ਜਾਏਗਾ, ਤੁਹਾਡਾ ਪੰਜਾਬ ਇਹਦੇ ਵਿੱਚ ਫਿਲ ਹੋ ਜਾਏਗਾ। ਕਲੀਅਰ। ਹੁਣ ਪੰਜਾਬ ਦੇ ਉੱਪਰ ਕੀ ਹੈ, ਪੰਜਾਬ ਦੀ ਜਿਹੜੀ ਉਸ ਸਮੇਂ ਬਾਉਂਡਰੀ ਸੀ ਕਿਹਦੇ ਨਾਲ, ਅਫਗਾਨਿਸਤਾਨ ਨਾਲ ਲੱਗਦੀ ਸੀ। ਇੱਥੇ ਤੁਸੀਂ ਅਫਗਾਨਿਸਤਾਨ ਫਿਲ ਕਰ ਦੋਗੇ। ਦੇਖੋ ਉੱਪਰਲਾ ਜੋ ਪਾਰਟ ਸੀਗਾ ਸਾਡਾ, ਤਕਰੀਬਨ ਅਸੀਂ ਸਾਰਾ ਦਾ ਸਾਰਾ ਜਿਹੜਾ ਫਿਲ ਆ ਉਹ ਕਰ ਲਿਆ। ਚਾਈਨਾ ਹੋ ਗਿਆ, ਤਿੱਬਤ ਹੋ ਗਿਆ, ਨੇਪਾਲ, ਭੂਟਾਨ, ਬਰਮਾ, ਪੰਜਾਬ ਐਂਡ ਅਫਗਾਨਿਸਤਾਨ, ਹਿਮਾਲਿਆ ਰੇਂਜ, ਇਹ ਆਪਾਂ ਕਵਰ ਕਰ ਲਿਆ। ਹੁਣ ਅਸੀਂ ਨੀਚੇ ਦੀ ਗੱਲ ਕਰਾਂਗੇ। ਕਲੀਅਰ ਜੀ। ਜੋ ਨਿਚਲਾ ਪਾਰਟ ਹੈ। ਕਲੀਅਰ। ਹੁਣ ਇਸ ਦੀ ਗੱਲ ਕਰਦੇ ਹੈਗੇ। ਦੇਖੋ ਇੱਥੋਂ ਸਟਾਰਟ ਕਰ ਲੈਂਦੇ ਆਪਾਂ। ਦੇਖੋ ਬਰਮਾ ਸੀ, ਇੱਥੇ ਅਸੀਂ ਦੇਖ ਰਹੇ ਇਹਨੂੰ ਜਿਹੜਾ ਬੰਗਲਾਦੇਸ਼ ਜਿਹਨੂੰ ਅੱਜ ਕੱਲ੍ਹ ਆਪਾਂ ਕਹਿੰਦੇ ਹੈਗੇ ਆ ਬੇ ਆਫ ਬੰਗਾਲ ਹੈਗੇ, ਬੰਗਾਲ ਦੀ ਖਾੜੀ ਆ ਜਾਏਗੀ ਇੱਥੇ। ਦੇਖੋ ਕਲੀਅਰ। ਇੱਥੇ ਤੁਸੀਂ ਬੰਗਾਲ ਦੀ ਖਾੜੀ ਲਿਖ ਦੇਣੀ ਹੈਗੀ ਆ। ਉਸ ਤੋਂ ਬਾਅਦ ਇਸ ਦੇ ਹੀ ਨੀਚੇ ਜਿਹੜੇ ਸਾਡੇ ਟਾਪੂ ਹੋ ਗਿਆ, ਅੰਡੋਮਾਨ ਆ ਗਿਆ, ਨਿਕੋਬਾਰ ਜਿਹੜੇ ਹੈਗੇ ਆ, ਇਹ ਦੋਨੋਂ ਦੇ ਦੋਨੋਂ ਜਿਹੜੇ ਟਾਪੂ ਤੁਹਾਨੂੰ ਇੱਥੇ ਦਿਖ ਰਹੇ ਆ, ਤੁਸੀਂ ਇੱਥੇ ਲਿਖ ਦੇਣੇ ਆ। ਕਲੀਅਰ ਜੀ। ਓਕੇ। ਉਸ ਤੋਂ ਬਾਅਦ ਨੀਚੇ ਦੇਖੋ ਜਿਹੜਾ ਪਾਰਟ ਹੈਗਾ ਗਾ, ਸਭ ਨੂੰ ਪਤਾ ਹੈਗਾ ਗਾ ਕਿ ਇਹ ਕੀ ਹੈ, ਸ਼੍ਰੀਲੰਕਾ, ਜਿੱਥੇ ਕਿ ਹਨੂੰਮਾਨ ਜੀ ਜਿਹੜੇ ਕਹਿੰਦੇ ਸੀ ਗਏ ਸੀਗੇ। ਕਲੀਅਰ। ਇਹ ਤੁਸੀਂ ਯਾਦ ਰੱਖਣਾ ਹੈਗਾ ਗਾ। ਕਲੀਅਰ। ਜਿਹੜਾ ਰਾਮ ਸੇਤੂ ਅਸੀਂ ਬ੍ਰਿਜ ਦੀ ਗੱਲ ਕਰਦੇ ਗਿਆ, ਉਹ ਇਸ ਨੂੰ ਕਿਹਾ ਜਾਂਦਾ, ਜਿਹੜਾ ਏਰੀਆ ਆ ਗਿਆ ਜੀ। ਕਲੀਅਰ। ਓਕੇ। ਤਾਂ ਯਾਦ ਰੱਖਿਓ ਸ਼੍ਰੀਲੰਕਾ ਆ ਗਿਆ, ਇੱਥੇ ਤੱਕ ਮੈਪ ਸਾਡਾ ਫਿਲ ਹੋ ਗਿਆ। ਉਸ ਤੋਂ ਬਾਅਦ ਇੱਧਰ ਚਲੇ ਜਾਂਦੇ ਹਾਂ। ਦੇਖੋ ਜੋ ਨਿਚਲਾ ਪਾਰਟ ਹੈਗਾ ਸਾਰਾ ਦਾ ਸਾਰਾ, ਇਹ ਇੰਡੀਅਨ ਓਸ਼ਨ ਆ। ਕਲੀਅਰ। ਇਹ ਤੁਸੀਂ ਯਾਦ ਰੱਖਣਾ ਹੈਗਾ। ਕਲੀਅਰ। ਇਹ ਹਿੰਦ ਮਹਾਸਾਗਰ ਆ ਗਿਆ ਸਾਰਾ ਦਾ ਸਾਰਾ। ਇੱਥੇ ਫਿਰ ਸਾਡੇ ਜਿਹੜੇ ਇੱਕ ਟਾਪੂ ਆ ਗਿਆ ਲਕਸ਼ਦੀਪ। ਕਲੀਅਰ ਜੀ। ਇੱਥੇ ਸਾਡੇ ਕੁਝ ਟਾਪੂ ਆ ਗਿਆ, ਲਕਸ਼ਦੀਪ ਆ ਗਿਆ। ਕਲੀਅਰ। ਇਹ ਤੁਸੀਂ ਫਿਲ ਕਰ ਲੈਣਾ। ਉਸ ਤੋਂ ਬਾਅਦ ਜਿਹੜਾ ਇਹ ਆ ਗਿਆ ਸਾਰਾ ਦਾ ਸਾਰਾ ਅਰਬ ਸਾਗਰ। ਕਲੀਅਰ। ਓਕੇ। ਦੇਖੋ ਓਵਰਆਲ ਕੀ ਹੈਗਾ, ਤੁਸੀਂ ਸਾਰਾ ਦਾ ਸਾਰਾ ਫਿਲ ਕਰ ਲਿਆ। ਕਲੀਅਰ। ਸਾਰਾ ਦਾ ਸਾਰਾ ਫਿਲ ਹੋ ਗਿਆ ਨਾ। ਦੇਖੋ ਹਿਮਾਲਿਆ ਰੇਂਜ ਹੋ ਗਈ, ਚਾਈਨਾ ਹੋ ਗਿਆ, ਦੇਖੋ ਹਿਮਾਲਿਆ ਰੇਂਜ ਹੋ ਗਈ, ਚਾਈਨਾ ਹੋ ਗਿਆ, ਤਿੱਬਤ ਹੋ ਗਿਆ, ਨੇਪਾਲ, ਭੂਟਾਨ, ਬਰਮਾ, ਬੰਗਾਲ ਦੀ ਖਾੜੀ ਅਸੀਂ ਗੱਲ ਕਰ ਲਈ, ਟਾਪੂ ਦੀ ਅਸੀਂ ਗੱਲ ਕਰ ਲਈ, ਸ਼੍ਰੀਲੰਕਾ ਸੀ, ਇੱਥੇ ਹਿੰਦ ਮਹਾਸਾਗਰ ਹੈ, ਲਕਸ਼ਦੀਪ ਹੈ, ਅਰਬ ਸਾਗਰ ਹੈ, ਪੰਜਾਬ ਆ ਗਿਆ, ਅਫਗਾਨਿਸਤਾਨ ਆ ਗਿਆ। ਦੇਖੋ ਜੇਕਰ ਤਾਂ ਇੱਦਾਂ ਦਾ ਤੁਹਾਨੂੰ ਮੈਪ ਆ ਰਿਹਾ ਹੈਗਾ, ਜੇਕਰ ਬੁੱਧਿਜ਼ਮ ਦੇ ਟਾਈਮ ਦਾ ਜਾਂ ਐਂਸ਼ੀਐਂਟ ਟਾਈਮ ਦਾ ਆ ਰਿਹਾ, ਤਾਂ ਇਹ ਸੇਮ ਦਾ ਸੇਮ ਰਹੇਗਾ। ਕਲੀਅਰ ਜੀ। ਅੱਜ ਵੀ ਕੁਝ ਪਲੇਸ ਹੈਗਾ ਇੱਥੇ ਹੈਗੇ ਨੇ, ਅੱਜ ਵੀ ਉਹ ਇੱਧਰ ਉੱਧਰ ਨਹੀਂ ਹੈਗੇ, ਸਿਰਫ ਇੱਥੇ ਪਾਕਿਸਤਾਨ ਬਣਿਆ ਹੈਗਾ। ਅਦਰਵਾਈਜ਼ ਸਾਰੇ ਦੇ ਸਾਰੇ ਕੀ ਹੈਗੇ ਆ, ਸੇਮ ਹੈਗੇ, ਜਿਹੜੇ ਦੇ ਜਿਹੜੇ ਆਪਾਂ ਨਾਮ ਲਿਖੇ ਆ। ਕਲੀਅਰ। ਫਿਲਹਾਲ ਤੁਸੀਂ ਇਹ ਦੇਖੋ ਇੱਦਾਂ ਫਿਲ ਕਰ ਲੈਣਾ ਹੈਗਾ। ਆਪਾਂ ਪਹਿਲਾਂ ਓਵਰਆਲ ਇੱਕ ਤਰ੍ਹਾਂ ਦੀ ਜਿਹੜੀ ਇਹਦੀ ਬਾਉਂਡਰੀ ਹੈਗੀ ਆ, ਆਊਟਲਾਈਨਿੰਗ ਜਿਹਨੂੰ ਆਪਾਂ ਕਹਿੰਦੇ ਉਹ ਬਣਾ ਲਈ ਕਿ ਇਹਦੇ ਨਾਲ ਲੱਗਦੇ, ਇੰਡੀਆ ਦੇ ਨਾਲ ਲੱਗਦੇ ਜਾਂ ਇੰਡੀਆ ਦਾ ਜਿੱਥੇ ਤੱਕ ਏਰੀਆ ਹੈਗਾ ਉਹ ਤੁਸੀਂ ਫਿਲ ਕਰ ਲੈਣਾ ਹੈਗਾ। ਕਲੀਅਰ।
ਹੁਣ ਅਸੀਂ ਦੇਖਾਂਗੇ कि जे विचकार तो जिस तरह ਅਸੀਂ ਗੱਲ ਕਰਦੇ ਨਾ कि ਹੁਣ ਵਿਚਕਾਰ ਆਪਾਂ ਦੇਖਣਾ ਹੈਗਾ ਮਿਡ ਦੇ ਵਿੱਚ ਕਿੱਦਾਂ ਆਪਾਂ ਇਹਨੂੰ ਫਿਲ ਕਰਨਾ। ਦੇਖੋ ਜੋ ਅਸੀਂ श्रीलंका ਦੇਖੀ ਸੀ, श्रीलंका ਤੋਂ ਥੋੜਾ ਜਿਹਾ ਉੱਪਰ ਤੁਸੀਂ ਇੱਕ ਰਿਵਰ ਇੱਥੇ ਡਿਸਪਲੇਨ ਕਰਨੀ ਹੈਗਾ, ਠੀਕ ਹੈ। ਇੱਥੇ ਤੁਸੀਂ ਉਹਨੂੰ ਡਿਸਪਲੇ ਕਰ ਦੋਗੇ ਰਿਵਰ ਨੂੰ, ਕਿਹੜੀ ਹੈਗੀ ਆ, ਕਾਵੇਰੀ। ਦੇਖੋ ਡੈਕਨ ਦਾ ਪਾਰਟ ਹੈ ਜੀ ਸਾਰਾ ਦਾ ਸਾਰਾ। ਉਸ ਦੇ ਉੱਪਰ ਥੋੜਾ ਜਿਹਾ ਫੇਰ ਚਲੇ ਜਾਓਗੇ, ਇੱਥੇ ਜਿਹੜਾ ਦਿਖ ਰਿਹਾ ਹੈਗੇ ਸਾਨੂੰ ਕ੍ਰਿਸ਼ਨਾ ਦਿਖ ਰਹੀ ਹੈਗੀ ਆ। ਉਸ ਕ੍ਰਿਸ਼ਨਾ ਤੋਂ ਥੋੜਾ ਜਿਹਾ ਫੇਰ ਉੱਪਰ ਚਲੇ ਜਾਓਗੇ, ਗੋਦਾਵਰੀ ਆ ਗਿਆ। ਕਲੀਅਰ। ਤਾਂ ਇਹ ਤੁਸੀਂ ਦੇਖ ਰਹੇ ਹੋ ਨਾ, ਇੱਥੇ ਨਰਮਦਾ ਆ ਜਾਏਗੀ। ਕਲੀਅਰ ਜੀ। ਤੇ ਸਾਰੇ ਜਿਹੜੀਆਂ ਰਿਵਰ ਹੈਗੀਆਂ ਨੇ ਤੁਸੀਂ ਦੇਖਿਆ ਹੈਗਾ ਸਾਰੇ ਦੇ ਸਾਰੇ ਡੈਕਨ ਦੇ ਵਿੱਚ ਆ ਗਈਆਂ, ਠੀਕ ਹੈ। 4 ਦੇ 4 ਉਰੇ ਨਰਮਦਾ ਲਿਖ ਲੈਣਾ ਹੈਗਾ ਤੁਸੀਂ। ਤੇ 4 ਦੀਆਂ 4 ਕੀ ਹੈਗੀਆਂ ਨੇ ਸਾਡੀਆਂ, ਕਿ ਅਸੀਂ ਦੇਖ ਰਹੇ ਹੈਗੇ ਆ ਸਾਡੇ ਰਿਵਰ ਆ ਗਿਆ ਡੈਕਨ ਦੇ, ਜਿਹਨੂੰ ਅਸੀਂ ਕਹਿ ਦਿੰਦੇ ਹੈਗਾ ਕਿ ਦੱਖਣ ਦੀਆਂ ਜਿਹੜੀਆਂ ਨਦੀਆਂ ਹੈਗੀਆਂ ਨੇ, ਅੱਜ ਵੀ ਇੱਥੇ ਹੀ ਹੈਗੀਆਂ ਨੇ। ਇਹਦੀ ਲੋਕੇਸ਼ਨ ਆ ਜਿਹੜੀ ਚੇਂਜ ਨਹੀਂ ਹੋਈ। ਦੇਖੋ ਤੁਹਾਨੂੰ ਪਤਾ ਹੁਣ ਜੇਕਰ ਕਈ ਵਾਰੀ ਆ ਜੇ ਕਿ ਹਾਂਜੀ ਗੋਦਾਵਰੀ ਨਦੀ ਆ ਜਿਹੜੀ ਉਹ ਕਿਹੜੀ ਸਾਈਡ ਹੈਗੀ ਆ, ਡਾਇਰੈਕਸ਼ਨ ਦੀ ਜੇਕਰ ਗੱਲ ਕਰਦੇ ਤਾਂ ਡੈਕਨ ਸਾਈਡ ਆ ਗਈ। ਕਲੀਅਰ। ਤਾਂ ਇੱਦਾਂ ਤੁਸੀਂ ਇਹਨੂੰ ਇੱਦਾਂ ਵੀ ਧਿਆਨ 'ਚ ਰੱਖਣਾ ਹੈਗਾ। ਕਲੀਅਰ। ਓਕੇ। ਹੁਣ ਥੋੜ੍ਹਾ ਜਿਹਾ ਆਪਾਂ ਉੱਪਰ ਦੇਖਦੇ ਹੈਗੇ ਆ ਕਿ ਹਾਂਜੀ ਉੱਪਰ ਥੋੜ੍ਹਾ ਜਿਹਾ ਮੈਪ ਹੋਰ ਆਪਾਂ ਫਿਲ ਕਰਾਂਗੇ ਰਿਵਰ ਨੂੰ ਲੈ ਕੇ। ਦੇਖੋ ਜਿਹੜੀ ਆਹ ਚੀਜ਼ ਤੁਸੀਂ ਦੇਖ ਰਹੇ ਹੋ ਨਾ, ਜਿਹੜੀ ਆ ਹੈਗੀ ਇਹ ਗੰਗਾ ਹੈ। ਆਹ ਜਿਹੜੀ ਲਾਈਨ ਦੇਖ ਰਹੇ ਹੋ ਇਹ ਗੰਗਾ ਹੈਗੀ। ਇੱਥੋਂ ਆ ਕੇ ਇਹ ਦੇਖੋ ਇੱਥੇ ਤੱਕ ਇਹ ਸਾਰੀ ਦੀ ਸਾਰੀ ਗੰਗਾ ਹੈਗੀ ਆ। ਗੰਗਾ ਦੇ ਨਾਲ ਹੀ ਉੱਪਰਲੀ ਸਾਈਡ ਤੁਸੀਂ ਦੇਖ ਰਹੇ ਹੋ ਜਮਨਾ। ਜਮਨਾ ਦੇ ਉੱਪਰ ਹੀ ਕੀ ਦੇਖਦੇ ਅਸੀਂ, ਸਾਡੀ ਜੋ ਕੈਪੀਟਲ ਹੈਗੀ ਆ। ਇਹਦੇ ਨਾਲ ਹੀ ਅਸੀਂ ਦੇਖਦੇ ਹਾਂ ਚੰਬਲ ਰਿਵਰ। ਚੰਬਲ ਰਿਵਰ ਦੇ ਨਾਲ ਹੀ ਉਹਦੇ ਨਾਲ ਕਿਹੜੀ ਹੈਗੀ, ਚੰਬਲ ਦੀ ਘਾਟੀ ਜਿਹੜੀ ਸ਼ੁਰੂ ਹੋ ਜਾਂਦੀ ਆ। ਕਲੀਅਰ। ਦੇਖੋ ਇੱਥੇ ਤੱਕ ਫਿਲਹਾਲ ਤੁਸੀਂ ਫਿਲ ਕਰ ਲੈਣਾ ਹੈਗਾ। ਕਲੀਅਰ। ਤਾਂ ਇੱਦਾਂ ਹੀ ਤੁਸੀਂ ਸਾਰਾ ਦਾ ਸਾਰਾ ਜਿਹੜਾ ਇਹ ਮੈਪ ਹੈਗਾ ਗਾ ਉਸ ਨੂੰ ਫਿਲ ਕਰ ਲੈਣਾ ਹੈਗਾ। ਉਸ ਦੇ ਵਿੱਚ ਜਿਹੜੇ ਜਿਹੜੇ ਇੱਦਾਂ ਦੇ ਨਾਲ ਬੇਸ਼ੱਕ ਕੋਈ ਕੰਟਰੀ ਲੱਗ ਰਿਹਾ, ਕੋਈ ਸਟੇਟ ਲੱਗ ਰਿਹਾ ਹੈਗਾ, ਕੋਈ ਸੀ ਲੱਗ ਰਿਹਾ ਹੈਗਾ, ਜੋ ਵੀ ਅਟੈਚ ਹੈ ਨਾਲ ਉਹ ਤੁਸੀਂ ਪਹਿਲਾਂ ਫਿਲ ਕਰ ਲੈਣਾ ਹੈਗਾ। ਇੱਦਾਂ ਹੀ ਫਿਲ ਕਰਨਾ ਜਿਸ ਤਰ੍ਹਾਂ ਆਪਾਂ ਐਕਸਪਲੇਨ ਕੀਤਾ। ਹੁਣ ਅਸੀਂ ਜੋ ਸਾਡਾ ਟੌਪਿਕ ਹੈ, ਟੌਪਿਕ ਕੀ ਹੈ ਸਾਡਾ, ਬੁੱਧਿਜ਼ਮ ਐਂਡ ਜੈਨਿਜ਼ਮ ਦੇ ਕੁਝ ਇੰਪੋਰਟੈਂਟ ਜਿਹੜੇ ਸਿਟੀ ਨੇ ਜਾਂ ਪਲੇਸ ਨੇ ਉਹ ਅਸੀਂ ਫਿਲ ਕਰਾਂਗੇ। ਸੋ ਦੇਖਦੇ ਹਾਂ ਅਸੀਂ ਫਿਲਹਾਲ ਓਵਰਆਲ ਆਪਾਂ ਫਿਲ ਕਰ ਲਿਆ। ਹੁਣ ਅਸੀਂ ਇਹ ਦੇਖਦੇ ਹਾਂ ਕਿ ਸਾਡੇ ਸਿਟੀ ਕਿਹੜੇ ਕਿਹੜੇ ਹੈਗੇ। ਦੇਖੋ ਪਹਿਲਾਂ ਸਾਡਾ ਸਿਟੀ ਹੈਗਾ ਲੂੰਬਨੀ ਹੈ। ਕਲੀਅਰ ਜੀ। ਸਰਾਵਸਤੀ ਹੈ, ਸਾਰਨਾਥ ਹੈ, ਕਪਿਲਵਸਤੂ ਹੈ, ਕੁਸ਼ੀਨਗਰ ਹੈ ਤੇ ਬੋਧ ਗਿਆ ਹੈ। ਇਹ ਸਾਰੇ ਦੇ ਸਾਰੇ ਜਿਹੜੇ ਹੈਗੇ ਬੁੱਧਿਜ਼ਮ ਦੇ ਨਾਲ ਸੰਬੰਧਿਤ ਨੇ। ਦੇਖੋ ਜਿਨ੍ਹਾਂ ਦੇ ਉੱਪਰ ਰੈੱਡ ਜਿਹੜਾ ਆ ਸਰਕਲ ਲੱਗਿਆ ਹੋਇਆ ਹੈਗਾ, ਕਲੀਅਰ, ਇਹਨਾਂ ਦੇ ਅੱਗੇ ਦੇਖੋ ਰੈੱਡ ਸਰਕਲ ਤੁਹਾਨੂੰ ਦਿਖ ਰਿਹਾ ਹੈਗਾ, ਕਲੀਅਰ, ਸਮਾਲ ਜਾ। ਤਾਂ ਇਹ ਸਾਰੇ ਦੇ ਸਾਰੇ ਬੁੱਧਿਜ਼ਮ ਦੇ ਨਾਲ ਸੰਬੰਧਿਤ ਨੇ। ਕਿਉਂਕਿ ਜਦੋਂ ਤੁਸੀਂ ਇੰਡੈਕਸ ਜਿਹੜਾ ਬਣਾਉਣਾ ਹੈਗਾ ਤਾਂ ਉੱਥੇ ਇੱਕ ਸਿੰਬਲ ਵੀ ਤੁਹਾਨੂੰ ਦੇਣਾ ਪਏਗਾ ਕਿ ਹਾਂਜੀ ਜਿਹੜਾ ਇਹ ਸਿੰਬਲ ਹੈਗਾ ਡੋਨੇਟ ਕਰ ਰਿਹਾ ਕਿਸ ਨੂੰ, ਇਹ ਕਿਸ ਨੂੰ ਕਰ ਰਿਹਾ ਰਿਪਰਜੈਂਟ, ਇਹ ਬੁੱਧਿਜ਼ਮ ਦੇ ਜਿਹੜੇ ਇੰਪੋਰਟੈਂਟ ਸਿਟੀ ਨੇ ਉਹਨਾਂ ਨੂੰ ਕਰ ਰਿਹਾ ਹੈਗਾ। ਤਾਂ ਇੱਦਾਂ ਤੁਸੀਂ ਇੰਡੈਕਸ ਦੇ ਵਿੱਚ ਦੇਖੋ ਇਹ ਜਿਹੜਾ ਸਾਡਾ ਰੈੱਡ ਕਲਰ ਹੈਗਾ ਗਾ ਇੱਥੇ ਜੋ ਸਮਾਲ ਜਿਹਾ ਸਰਕਲ ਹੈਗਾ ਗਾ ਇਹ ਬੁੱਧਿਜ਼ਮ ਦੇ ਜਿਹੜੇ ਸਿਟੀ ਉਹਨਾਂ ਨੂੰ ਸ਼ੋ ਕਰ ਰਿਹਾ। ਦੇਖੋ ਲੂੰਬਨੀ, ਸਰਾਵਸਤੀ, ਸਾਰਨਾਥ, ਕਪਿਲਵਸਤੂ, ਕੁਸ਼ੀਨਗਰ ਐਂਡ ਬੋਧ ਗਿਆ। ਕਲੀਅਰ ਜੀ। ਉਸ ਤੋਂ ਬਾਅਦ ਅਸੀਂ ਦੇਖ ਰਹੇ ਹੈਗੇ, ਦੇਖੋ ਇਹ ਤਾਂ ਬੁੱਧਿਜ਼ਮ ਦੇ ਹੋ ਗਏ। ਹੁਣ ਜੈਨਿਜ਼ਮ ਦੀ ਜੋ ਆ ਯੈਲੋ ਕਲਰ ਹੈ, ਪੀਲਾ ਜਿਹੜਾ ਕਲਰ ਹੈ ਇਹ ਕਰ ਰਿਹਾ ਹੈਗਾ ਜੈਨਿਜ਼ਮ ਨੂੰ। ਦੇਖੋ ਵੈਸ਼ਾਲੀ ਹੋ ਗਿਆ, ਵੈਸ਼ਾਲੀ ਹੋ ਗਿਆ, ਠੀਕ ਹੈ, ਰਾਜਗ੍ਰਹਿ ਹੋ ਗਿਆ ਤੇ ਨਾਲੰਦਾ ਹੋ ਗਿਆ। ਕਲੀਅਰ। ਇਹ ਤਿੰਨੋਂ ਦੇ ਤਿੰਨੋਂ ਇੱਕ ਲਾਈਨ ਦੇ ਵਿੱਚ ਹੀ ਨੇ ਤਕਰੀਬਨ। ਦੇਖੋ ਕਲੀਅਰ। ਤਾਂ ਕਰਕੇ ਦੇਖੋ ਸਾਰੇ ਦੇ ਸਾਰੇ ਜਿਹੜੇ ਪਲੇਸ ਨੇ ਬੇਸ਼ੱਕ ਉਹ ਬੁੱਧਿਜ਼ਮ ਹੈ, ਜੈਨਿਜ਼ਮ ਹੈ, ਸਾਰੇ ਦੇ ਸਾਰੇ ਆਸ-ਪਾਸ ਦੇ ਵਿੱਚ ਹੀ ਤੁਹਾਨੂੰ ਦੇਖਣ ਨੂੰ ਵਿਖਾਈ ਦਿੰਦੇ ਆ। ਪਰ ਤੁਸੀਂ ਕੀ ਕਰਨਾ, ਇੱਥੇ ਇੱਕ ਚੀਜ਼ ਨੋਟ ਕਰਨ ਵਾਲੀ ਆ, ਤੁਸੀਂ ਜਿੱਥੇ ਜਿਵੇਂ ਉੱਪਰ ਸਰਾਵਸਤੀ ਹੈ ਤੁਸੀਂ ਉੱਪਰ ਹੀ ਰੱਖਣਾ, ਉੱਪਰ ਤੁਸੀਂ ਸਾਰਨਾਥ ਨੂੰ ਨਹੀਂ ਕਰ ਸਕਦੇ, ਠੀਕ ਆ। ਲੂੰਬਨੀ ਕਿੱਥੇ ਹੈ, ਉਹ ਨੇਪਾਲ ਦੇ ਵਿੱਚ ਹੈ, ਤਾਂ ਕਰਕੇ ਉਹਨੂੰ ਆਪਾਂ ਨੇਪਾਲ ਦੇ ਵਿੱਚ ਹੀ ਸ਼ੋ ਕੀਤਾ ਗਾ। ਕਲੀਅਰ। ਤਾਂ ਇੰਨਾ ਥੋੜ੍ਹਾ ਜਿਹਾ ਤੁਸੀਂ ਧਿਆਨ ਰੱਖਣਾ ਹੈਗਾ, ਸਰਾਵਸਤੀ ਨੂੰ ਤੁਸੀਂ ਨੇਪਾਲ ਦੇ ਵਿੱਚ ਨਹੀਂ ਸ਼ੋ ਕਰ ਸਕਦੇ ਹੈਗੇ। ਬੋਧ ਗਿਆ ਦੇਖੋ ਇੱਥੇ ਬਿਹਾਰ ਦੇ ਵਿੱਚ ਹੀ ਅਸੀਂ ਇੱਥੇ ਹੀ ਸ਼ੋ ਕਰਨਾ ਹੈਗਾ, ਤਾਂ ਉਹ ਤੁਸੀਂ ਧਿਆਨ ਰੱਖਣਾ ਹੈਗਾ। ਕਲੀਅਰ। ਓਕੇ ਜੀ। ਤਾਂ ਇੱਦਾਂ ਕਰਕੇ ਤੁਸੀਂ ਸਾਰੇ ਦੇ ਸਾਰੇ ਸਿਟੀ ਨੇ ਜਿਹੜੇ ਫਿਲ ਨੇ ਉਹ ਕਰ ਲੈਣੇ ਹੈਗੇ ਆ। ਕਲੀਅਰ। ਓਕੇ। ਆਈ ਹੋਪ ਤੁਹਾਨੂੰ ਇਹ ਸਾਰੇ ਦੇ ਸਾਰੇ ਜਿਹੜੇ ਸਮਝ ਆ ਗਏ ਹੋਣਗੇ। ਇੱਕ ਵਾਰ ਜਿਸ ਤਰ੍ਹਾਂ ਇਹ ਜਿਹੜਾ ਸਾਡਾ ਮੈਪ ਹੈਗਾ ਇਸ ਦੇ ਵਿੱਚ ਤੁਸੀਂ ਫਿਲ ਕਰਕੇ ਦੇਖ ਲੈਣਾ ਹੈਗਾ। ਕਲੀਅਰ। ਇੱਕ ਵਾਰ ਦੇਖ ਲੈਂਦੇ ਹਾਂ। ਤੁਸੀਂ ਦੇਖੋ ਇੱਥੇ ਹਿਮਾਲਿਆ ਰੇਂਜ ਆ ਗਏ ਸਾਡੇ, ਇੱਥੇ ਹਿਮਾਲਿਆ ਲਿਖੋਗੇ, ਉਰੇ ਪਰਬਤ, ਹਿਮਾਲਿਆ ਦੇ ਨੀਚੇ ਨੇਪਾਲ, ਪਰਬਤ ਦੇ ਨੀਚੇ ਭੂਟਾਨ, ਉੱਪਰ ਚਾਈਨਾ, ਇੱਥੇ ਤਿੱਬਤ। ਦੇਖੋ ਇਹ ਹੋ ਗਏ ਸੀ ਕਲੀਅਰ। ਇੱਥੇ ਬਰਮਾ, ਕਲੀਅਰ, ਇੱਥੇ ਬੰਗਾਲ ਦੀ ਖਾੜੀ, ਇਹ ਸਾਡੇ ਟਾਪੂ ਆ ਗਏ, ਇਹ ਸ਼੍ਰੀਲੰਕਾ ਆ ਗਿਆ, ਇਹ ਸਾਡਾ ਹਿੰਦ ਮਹਾਸਾਗਰ ਆ ਗਿਆ, ਇਹ ਅਰਬ ਸਾਗਰ ਆ ਗਿਆ,
ਇਹ ਸਾਡਾ ਲਕਸ਼ਦੀਪ ਆ ਗਿਆ, ਇਹ ਅਫਗਾਨਿਸਤਾਨ ਹੋ ਗਿਆ, ਇਹ ਪੰਜਾਬ ਹੋ ਗਿਆ। ਦੇਖੋ ਇੱਥੇ ਤੱਕ ਸਿੰਪਲ ਜਿਹਾ ਹੈ, ਪਹਿਲਾਂ ਤੁਸੀਂ ਇੱਦਾਂ ਫਿਲ ਕਰ ਲੈਣਾ। ਫਿਰ ਇੱਥੇ ਰਿਵਰ ਦੀ ਆਪਾਂ ਗੱਲ ਕੀਤੀ ਸੀਗੀ, ਰਿਵਰ, ਫਿਰ ਇੱਥੇ ਸੀ ਰਿਵਰ ਗੰਗਾ ਸੀ, ਜਮਨਾ ਆ ਗਈ ਅਤੇ ਚੰਬਲ ਆ ਗਿਆ। ਕਲੀਅਰ। ਅਤੇ ਇੱਥੇ ਹੀ ਸਾਡੇ ਜਿਹੜੇ ਉਹ ਪਲੇਸ ਨੇ ਉਹ ਤੁਸੀਂ ਫਿਲ ਆ ਜਿਹੜੇ ਕਰ ਲੈਣੇ ਆ। ਕਲੀਅਰ ਜੀ। ਓਕੇ, ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਊਗਾ। ਹੁਣ ਅਸੀਂ ਦੇਖਦੇ ਹੈਗੇ ਜਿਹੜੇ ਇਹ ਸਿਟੀ ਅਸੀਂ ਫਿਲ ਕੀਤੇ ਆ, ਹੁਣ ਇਹਨਾਂ ਨੂੰ ਅਸੀਂ ਐਕਸਪਲੇਨ ਵੀ ਕਰਨਾ। ਦੇਖੋ ਦੋ ਤਰ੍ਹਾਂ ਮੈਪ ਜਿਹੜਾ ਹੁੰਦਾ, ਇੱਕ ਤਾਂ ਆਪਾਂ ਉਹਦੇ ਵਿੱਚ ਫਿਲ ਕਰਨਾ ਹੁੰਦਾ, ਫਿਰ ਉਸ ਨੂੰ ਅਸੀਂ ਐਕਸਪਲੇਨ ਕਰਨਾ ਹੁੰਦਾ ਜਿਹੜੇ ਸਿਟੀ ਅਸੀਂ ਫਿਲ ਕੀਤੇ ਆ। ਸੋ ਸਭ ਤੋਂ ਪਹਿਲਾਂ ਅਸੀਂ ਦੇਖਦੇ ਹੈਗੇ ਆ ਕਿ ਜਿਹੜੇ ਬੁੱਧਿਜ਼ਮ ਦੇ ਨਾਲ ਜਾਂ ਬੁੱਧ ਦੇ ਨਾਲ ਜਿਹੜੇ ਸੰਬੰਧਿਤ ਪਲੇਸ ਹੈਗੇ ਆ ਉਹਨਾਂ ਨੂੰ ਦੇਖਦੇ ਹਾਂ। ਦੇਖੋ ਥੋੜ੍ਹਾ ਬਹੁਤਾ ਹੀ ਐਕਸਪਲੇਨ ਕਰਨਾ ਹੁੰਦਾ, ਜ਼ਿਆਦਾ ਨਹੀਂ ਕਰਨਾ ਆਪਾਂ। ਦੇਖੋ ਲੂਮਿਨੀ ਸੀਗਾ ਜਿਹੜਾ, ਲੂਮਿਨੀ ਕਿੱਥੇ ਹੈ ਜੇ ਨੇਪਾਲ, ਆਪਾਂ ਦੇਖੋ ਉੱਪਰ ਨੇਪਾਲ ਦੇ ਵਿੱਚ ਹੀ ਫਿਲ ਕੀਤਾ ਗਾ। ਤਾਂ ਇੱਥੇ ਕਿ ਇਹਦੀ ਇੰਪੋਰਟੈਂਸ ਕਿਉਂ ਹੈਗੀ, ਕਿਉਂਕਿ ਇੱਥੇ ਬਰਥ ਹੋਇਆ ਸੀ ਕਿਸ ਦਾ, ਜਿਹੜੇ ਬੁੱਧ ਸੀਗੇ। ਕਲੀਅਰ। ਤਾਂ ਯਾਦ ਰੱਖਿਓ ਜਿਹੜੇ ਬੁੱਧ ਸੀਗੇ, ਮਹਾਤਮਾ ਬੁੱਧ ਸੀਗੇ, ਉਹ ਇੱਥੇ ਇਹ ਕੀ ਹੈਗਾ ਉਹਨਾਂ ਦਾ ਬਰਥ ਪਲੇਸ ਹੈਗਾ, ਤਾਂ ਕਰਕੇ ਇਸ ਦੀ ਇੰਪੋਰਟੈਂਸ ਹੈਗੀ ਆ ਜਿਹੜੀ ਜ਼ਿਆਦਾ ਹੈਗੀ, ਨੇਪਾਲ ਦੇ ਵਿੱਚ ਹੈ। ਦੂਸਰਾ ਦਾ ਗ੍ਰੇਟ ਅਸ਼ੋਕਾ ਦੀ ਜਿਹਦੀ ਆਪਾਂ ਗੱਲ ਕਰਦੇ ਹੈਗੇ ਮੌਰੀਆ ਅੰਪਾਇਰ ਦਾ, ਉਸਨੇ ਵੀ ਇੱਥੇ ਵਿਜ਼ਿਟ ਕੀਤਾ ਸੀਗਾ। ਕਲੀਅਰ। ਇਹ ਤੁਸੀਂ ਯਾਦ ਰੱਖਣਾ। ਵਿਜ਼ਿਟ ਕਰਨ ਤੋਂ ਬਾਅਦ ਕੀ ਸੀਗਾ ਇੱਥੇ ਉਹਨੇ ਇੱਕ ਪਿੱਲਰ, ਕਲੀਅਰ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਨਾ ਕਿ ਥੰਮ ਜਿਹੜਾ ਬਣਾਇਆ ਸੀਗਾ, ਪਿੱਲਰ ਦੇ ਉੱਪਰ ਇੱਕ ਲੇਖ ਜਿਹੜੇ ਲਿਖੇ ਸੀਗੇ। ਕਲੀਅਰ। ਸਤੰਭ ਲੇਖ ਜਿਹੜੇ ਸਾਨੂੰ ਮਿਲਦੇ ਇੱਥੋਂ ਹੀ ਮਿਲਦਾ ਹੈਗਾ, ਜਿੱਥੇ ਉਹਨਾਂ ਨੇ ਆਪਦੀ ਜਿਹੜੀ ਇੱਕ ਵਿਜ਼ਿਟ ਉਹਨਾਂ ਨੇ ਕੀਤਾ ਸੀ ਉਸ ਦੇ ਬਾਰੇ ਸਾਰਾ ਐਕਸਪਲੇਨ ਆ ਜਿਹੜਾ ਕੀਤਾ ਹੋਇਆ। ਇਸ ਕਰਕੇ ਲੂਮਿਨੀ ਦੀ ਜਿਹੜੀ ਇੰਪੋਰਟੈਂਸ ਹੈਗੀ ਉਹ ਇਹ ਹੈਗੀ ਆ, ਤਾਂ ਕਰਕੇ ਆਪਾਂ ਉਹਨੂੰ ਫਿਲ ਆ ਜਿਹੜਾ ਕੀਤਾ ਹੈਗਾ। ਕਲੀਅਰ ਜੀ। ਉਸ ਤੋਂ ਬਾਅਦ ਹੈਗਾ ਕਪਿਲਵਸਤੂ। ਕਪਿਲਵਸਤੂ ਦੇਖੋ ਹੈ ਕਿੱਥੇ, ਇਹ ਯੂਪੀ ਦੇ ਵਿੱਚ ਹੈਗਾ, ਗੋਰਖਪੁਰ ਡਿਸਟ੍ਰਿਕਟ ਦੇ ਵਿੱਚ ਪੈਂਦਾ ਹੈਗਾ। ਬਾਉਂਡਰੀ ਕਿਹਦੇ ਨਾਲ ਸ਼ੇਅਰ ਕਰ ਰਿਹਾ, ਨੇਪਾਲ ਦੇ ਉੱਪਰ ਨਾਲ। ਕਲੀਅਰ ਜੀ। ਓਕੇ। ਤਾਂ ਇੱਥੇ ਕਿਸ ਚੀਜ਼ ਦੀ ਇੰਪੋਰਟੈਂਸ ਹੈ ਕਿ ਇੱਥੇ ਚਾਈਲਡਹੁੱਡ ਜਿਹੜਾ ਸੀਗਾ ਜਾਂ ਚਾਈਲਡ ਵਾਲਾ ਜਿਹੜਾ ਸਮਾਂ ਸੀ, ਚਾਈਲਡਹੁੱਡ ਦਾ ਜਿਹੜਾ ਟਾਈਮ ਸੀਗਾ ਬੁੱਧ ਦਾ, ਤਾਂ ਉਹਨਾਂ ਨੇ ਇੱਥੇ ਉਹਨੂੰ ਗੁਜ਼ਾਰਿਆ ਸੀਗਾ। ਕਲੀਅਰ। ਤਾਂ ਇਹ ਵੀ ਤੁਸੀਂ ਯਾਦ ਰੱਖਣਾ। ਇਸ ਤੋਂ ਇਲਾਵਾ ਹੋਰ ਇਹਦੀ ਇੰਪੋਰਟੈਂਸ ਕੀ ਹੈਗੀ ਆ, ਜਿਹੜੀ ਇਹਨਾਂ ਦੀ ਵਾਈਫ ਸੀ ਅਤੇ ਇਹਨਾਂ ਦੇ ਸਨ ਸੀਗੇ। ਕਲੀਅਰ। ਓਕੇ। ਰਾਹੁਲ, ਤਾਂ ਉਹਨਾਂ ਨੂੰ ਇੱਥੋਂ ਹੀ ਉਹ ਘਰੋਂ ਇੱਥੋਂ ਚਲੇ ਜਾਂਦੇ ਹੈਗੇ, ਕਿਸ ਦੇ ਲਈ, ਗਿਆਨ ਦੀ ਖੋਜ ਦੇ ਵਿੱਚ ਇੱਥੋਂ ਹੀ ਉਹ ਚਲੇ ਜਾਂਦੇ ਆ। ਤਾਂ ਕਰਕੇ ਵੀ ਇਹ ਸਿਟੀ ਦੀ ਇੰਪੋਰਟੈਂਸ ਆ ਜਿਹੜੀ ਹੈਗੀ। ਇੱਥੇ ਦੋ ਸਿਟੀ ਅਸੀਂ ਦੇਖੇ, ਦੇਖੋ ਉੱਪਰ ਵੀ ਫਿਲ ਕੀਤਾ ਸੀ ਆਪਾਂ, ਤੁਸੀਂ ਮਾਈਂਡ ਦੇ ਵਿੱਚ ਲੈ ਕੇ ਆਓ ਲੂਮਿਨੀ ਕਿੱਥੇ ਸੀਗੀ ਅਤੇ ਕਪਿਲਵਸਤੂ ਕਿੱਥੇ ਸੀ, ਮਾਈਂਡ ਦੇ ਵਿੱਚ ਜ਼ਰੂਰ ਲੈ ਕੇ ਆਓ ਮੈਪ ਦੇ ਵਿੱਚ। ਕਲੀਅਰ ਜੀ। ਉਸ ਤੋਂ ਬਾਅਦ ਅੱਗੇ ਦੇਖਦੇ ਹਾਂ। ਹਾਂਜੀ, ਬੋਧ ਗਿਆ। ਦੇਖੋ ਬੋਧ ਗਿਆ ਦੀ ਇੰਪੋਰਟੈਂਸ ਤੁਹਾਨੂੰ ਸਾਰਿਆਂ ਨੂੰ ਪਤਾ, ਬਿਹਾਰ ਦੇ ਵਿੱਚ ਪਹਿਲਾਂ ਤਾਂ ਹੈ। ਦੇਖੋ ਜਦੋਂ ਬਾਰ-ਬਾਰ ਭਟਕ ਰਹੇ ਸੀਗੇ, ਫਿਰ ਇੱਕ ਜਗ੍ਹਾ 'ਤੇ ਰੁਕੇ, ਜਿੱਥੇ ਕੀ ਸੀਗਾ, ਫਿਰ ਉਹਨਾਂ ਨੇ ਭਗਤੀ ਕੀਤੀ, ਜਿੱਥੋਂ ਫਿਰ ਉਹਨਾਂ ਨੂੰ ਮਤਲਬ ਉਹਨਾਂ ਨੂੰ ਟਰੂ ਨੌਲੇਜ ਜਿਹੜੀ ਆਈ, ਜਿਹਨੂੰ ਅਸੀਂ ਕੀ ਕਹਿੰਦੇ ਹੈਗੇ ਆ, ਗਿਆਨ ਦੀ ਪ੍ਰਾਪਤੀ ਜਿਹੜੀ ਉਹਨਾਂ ਨੂੰ ਹੋਈ ਸੀਗੀ। ਕਲੀਅਰ। ਟਰੂ ਨੌਲੇਜ ਦੀ ਜਾਂ ਟਰੂ ਲਾਈਟ ਜਿਹਨੂੰ ਕਿਹਾ ਜਾਂਦਾ ਹੈਗਾ, ਤਾਂ ਉਹ ਜਿਹੜੀ ਗਿਆਨ ਦੀ ਪ੍ਰਾਪਤੀ ਇਹਨਾਂ ਨੂੰ ਇੱਥੇ ਹੋਈ ਸੀ। ਕਿਸ ਦੇ ਨੀਚੇ, ਕਈ ਵਾਰੀ ਟਰੀ ਵੀ ਨੂੰ ਕਿਹਾ ਜਾਂਦਾ ਹੈਗਾ, ਪਿੱਪਲ ਦਾ ਜਿਹੜਾ ਟਰੀ ਸੀਗਾ, ਤਾਂ ਇੱਥੇ ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਸੀ ਜਿਹੜੀ ਹੋਈ ਸੀਗੀ। ਕਲੀਅਰ। ਤਾਂ ਯਾਦ ਰੱਖਿਓ। ਦੇਖੋ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਹੈਗੇ ਨਾ ਕਿ ਅੱਜ ਕੱਲ੍ਹ ਵੀ ਜੇਕਰ ਸਿੱਖੀਜ਼ਮ ਦੇ ਵਿੱਚ ਜਾਂ ਕੋਈ ਵੀ ਰਿਲੀਜਨ ਆਪਾਂ ਦੇਖਦੇ ਹਾਂ ਨਾ, ਜਿੱਥੇ ਵੀ ਕੋਈ ਉਹਨਾਂ ਦੇ ਜਿਹੜੇ ਫਾਊਂਡਰ ਹੋਇਆ ਜਾਂ ਕੋਈ ਵੀ ਅੱਗੇ ਉਹਨਾਂ ਦੇ ਅੱਗੇ ਉੱਤਰਾਧਿਕਾਰੀ ਹੋਇਆ, ਉਹਨਾਂ ਦੇ ਨਾਲ ਸੰਬੰਧਿਤ ਜੋ ਵੀ ਸਿਟੀ ਹੋਏਗਾ, ਕਲੀਅਰ, ਜਾਂ ਜਿੱਥੇ ਉਹਨਾਂ ਦੇ ਕੋਈ ਉਹਨਾਂ ਦਾ ਬਚਪਨ ਗੁਜ਼ਰਿਆ ਜਾਂ ਕੋਈ ਵੀ, ਉਹ ਚੀਜ਼ ਦੀ ਇੰਪੋਰਟੈਂਸ ਆ ਜਿਹੜੀ ਹੋ ਜਾਂਦੀ ਹੈ। ਇੱਥੇ ਅਸੀਂ ਦੇਖ ਰਹੇ ਹਾਂ ਜਿਹੜੀ ਗਿਆ ਦੀ ਇੰਪੋਰਟੈਂਸ ਆ ਉਹ ਕਿਉਂ ਹੋ ਗਈ, ਕਿਉਂਕਿ ਇੱਥੇ ਮਹਾਤਮਾ ਬੁੱਧ ਨੂੰ ਕੀ ਸੀ, ਗਿਆਨ ਦੀ ਪ੍ਰਾਪਤੀ ਹੈ ਜਿਹੜੀ ਹੋਈ ਸੀ, ਤਾਂ ਕਰਕੇ ਇਸ ਦੀ ਇੰਪੋਰਟੈਂਸ ਆ ਜਿਹੜੀ ਜ਼ਿਆਦਾ ਉਹ ਹੋ ਜਾਂਦੀ ਹੈ। ਸਵਾਲ ਵੀ ਬਹੁਤ ਵਾਰ ਰਿਪੀਟ ਹੁੰਦਾ ਹੈਗਾ, ਬਹੁਤ ਸਾਰੇ ਜਿਹੜੇ ਵੀ ਤੁਸੀਂ ਐਗਜ਼ਾਮ ਦਿੰਦੇ ਹੋ ਉਹਨਾਂ ਦੇ ਵਿੱਚ ਤੁਸੀਂ ਦੇਖਿਆ ਹੋਊਗਾ, ਬੌਧ ਗਿਆ ਦੇ ਵਿੱਚ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੈ ਜਿਹੜੀ ਹੋਈ ਸੀਗੀ। ਕਲੀਅਰ ਜੀ। ਓਕੇ। ਉਸ ਤੋਂ ਬਾਅਦ ਹੋਰ ਦੇਖ ਲੈਂਦੇ ਆਪਾਂ। ਫਿਰ ਆਪਾਂ ਸਾਰਨਾਥ ਵੀ ਫਿਲ ਕੀਤਾ ਸੀ। ਦੇਖੋ ਸਾਰਨਾਥ ਦੀ ਜੇਕਰ ਲੋਕੇਸ਼ਨ ਦੇਖਦੇ ਹੈਗੇ ਹੋ ਤਾਂ ਯੂਪੀ ਦੇ ਵਿੱਚ ਹੀ ਤੁਸੀਂ ਦੇਖ ਰਹੇ ਹੋਗੇ ਨਾ, ਯੂਪੀ ਦੇ ਵਿੱਚ ਹੀ ਹੈਗਾ ਗਾ। ਇਸ ਦੀ ਇੰਪੋਰਟੈਂਸ ਹੈ ਕੀ, ਦੇਖੋ ਇਸ ਦੀ ਇੰਪੋਰਟੈਂਸ ਕੀ ਹੈਗੀ ਆ, ਜਦੋਂ ਟਰੂ ਨੌਲੇਜ ਉਹਨਾਂ ਨੂੰ ਆ ਗਈ ਸੀਗੀ, ਜਾਂ ਆਪਾਂ ਗੱਲ ਕਰੀਏ ਗਿਆਨ ਦੀ ਪ੍ਰਾਪਤੀ ਜਦੋਂ ਹੋ ਗਈ ਸੀਗੀ, ਤਾਂ ਉਸ ਤੋਂ ਬਾਅਦ ਕੀ ਸੀਗਾ, ਫਸਟ ਜਿਹੜਾ ਸਪੀਚ ਸੀਗੀ ਉਹਨਾਂ ਦੀ। ਕਲੀਅਰ। ਤਾਂ ਫਸਟ ਸਪੀਚ ਕਿੱਥੇ ਦਿੱਤੀ ਗਈ ਜੀ, ਸਾਰਨਾਥ ਦੇ ਵਿੱਚ ਆ ਜਿਹੜੀ ਉਹਨਾਂ ਦੀ ਫਸਟ ਸਪੀਚ ਆ ਜਿਹੜੀ ਰਹਿੰਦੀ ਆ। ਅਤੇ ਜਿਸ ਨੂੰ ਫਸਟ ਸਪੀਚ ਨੂੰ ਕੀ ਕਿਹਾ ਜਾਂਦਾ, ਧਰਮ ਚੱਕਰ ਪਰਿਵਰਤਨ ਆ ਜਿਹੜਾ ਕਿਹਾ ਜਾਂਦਾ, ਇਹ ਟਰਮ ਬਹੁਤ ਵਾਰ ਆਈ ਹੈ, ਤਾਂ ਕਰਕੇ ਇਸ ਦੀ ਵੀ ਇੰਪੋਰਟੈਂਸ ਆ ਜਿਹੜੀ ਹੋ ਜਾਂਦੀ ਹੈ। ਧਰਮ ਚੱਕਰ ਪਰਿਵਰਤਨ, ਇਹ ਤੁਸੀਂ ਯਾਦ ਰੱਖਣਾ ਹੈਗਾ। ਕਿਸ ਨੂੰ ਕਿਹਾ ਜਾਂਦਾ, ਜਦੋਂ ਉਹਨਾਂ ਨੇ ਪਹਿਲੀ ਸਪੀਚ ਆ ਜਿਹੜੀ ਦਿੱਤੀ ਸੀ, ਕਿੱਥੇ ਦਿੱਤੀ ਸੀ, ਸਾਰਨਾਥ ਦੇ ਵਿੱਚ। ਤਾਂ ਤੁਸੀਂ ਦੱਸਣਾ ਹੈਗਾ ਇੱਥੇ ਤਾਂ ਪਹਿਲੀ ਸਪੀਚ ਸੀਗੀ ਅਤੇ ਸਭ ਤੋਂ ਜ਼ਿਆਦਾ ਸਪੀਚ ਉਹਨਾਂ ਨੇ ਕਿੱਥੇ ਦਿੱਤੀ ਸੀਗੀ, ਤਾਂ ਤੁਸੀਂ ਉਹ ਜ਼ਰੂਰ ਦੱਸਣਾ ਕਮੈਂਟ ਦੇ ਵਿੱਚ। ਕਲੀਅਰ ਜੀ। ਚਲੋ ਅੱਗੇ ਚੱਲਦੇ ਹਾਂ। ਓਕੇ।
ਹੁਣ ਅਸੀਂ ਗੱਲ ਕਰਦੇ ਹਾਂ ਸਰਾਵਸਤੀ ਦੀ, ਕਿ ਸਰਾਵਸਤੀ ਦੀ ਇੰਪੋਰਟੈਂਸ ਦੇਖੋ ਕਿੱਥੇ ਹੈਗਾ, ਯੂਪੀ ਦੇ ਵਿੱਚ ਹੀ ਹੈਗਾ ਗਾ। ਕਲੀਅਰ। ਬੁੱਧ ਕਾਫੀ ਟਾਈਮ ਜਿਹੜਾ ਇੱਥੇ ਸਟੇ ਆ ਜਿਹੜੀ ਉਹ ਕਰਦੇ ਹੈਗੇ ਆ। ਤੇ ਇੱਥੇ ਕੀ ਹੈਗਾ, ਸਟੇ ਕਰਨ ਦੇ ਨਾਲ ਹੀ ਕੀ ਹੈਗਾ, ਇੱਥੇ 2 ਬੁੱਧ ਮੱਠ ਨੇ ਜਿਹੜੇ ਸਾਨੂੰ ਵਿਖਾਈ ਦਿੰਦੇ ਹੈਗੇ, ਜਿਸ ਕਰਕੇ ਕਿਉਂਕਿ ਸਟੇ ਕੀਤੀ ਸੀਗੀ। ਕਲੀਅਰ। ਓਕੇ, ਤਾਂ ਕਰਕੇ ਕੀ ਹੈ, ਜਦੋਂ ਸਟੇ ਕੀਤੇ ਇਟ ਮੀਨਸ ਜ਼ਿਆਦਾ ਤੋਂ ਜ਼ਿਆਦਾ ਸਮਾਂ ਜਾਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਨਾਲ ਇੱਥੇ ਉਹ ਵਿਚਰੇ ਸੀਗੇ। ਕਲੀਅਰ। ਤਾਂ ਕਰਕੇ ਕਿ ਇਸ ਚੀਜ਼ ਦੀ ਇੰਪੋਰਟੈਂਸ ਆ ਜਿਹੜੀ, ਇਸ ਪਲੇਸ ਦੀ ਇੰਪੋਰਟੈਂਸ ਆ ਜਿਹੜੀ ਹੋ ਜਾਂਦੀ ਆ। ਉਸ ਤੋਂ ਬਾਅਦ ਕੁਸ਼ੀਨਗਰ ਦੀ ਅਸੀਂ ਗੱਲ ਕਰਦੇ ਹੈਗੇ ਆ। ਇਹ ਕਿਉਂ ਇੰਪੋਰਟੈਂਸ ਹੈਗਾ, ਕਿਉਂਕਿ ਇੱਥੇ ਕੀ ਸੀਗਾ, ਜੇਕਰ ਲਾਸਟ ਸਪੀਚ ਦੀ ਗੱਲ ਹੈ ਤਾਂ ਇੱਥੇ ਹੀ ਆਏਗਾ। ਕਲੀਅਰ। ਤਾਂ ਇੱਥੇ ਕੀ ਸੀਗੇ, ਐਕਸਪਾਇਰ ਆ ਜਿਹੜੇ ਹੋ ਜਾਂਦੇ ਹੈਗੇ ਆ ਮਹਾਤਮਾ ਬੁੱਧ। ਤਾਂ ਕਰਕੇ ਜਿਹੜੇ ਸਿਟੀ ਸੀਗੇ ਇਹਨਾਂ ਦੀ ਇੰਪੋਰਟੈਂਸ ਆ ਜਿਹੜੀ ਰਹਿੰਦੀ ਆ, ਤੁਸੀਂ ਇਹ ਐਕਸਪਲੇਨ ਵੀ ਕਰਨਾ ਹੈਗਾ। ਕਲੀਅਰ ਜੀ। ਹੁਣ ਸਾਡੇ ਰਹਿ ਗਏ ਜੈਨਿਜ਼ਮ ਦੇ, ਥੋੜ੍ਹੇ ਜੈਨਿਜ਼ਮ ਦੇ 3 ਹੀ ਪਲੇਸ ਹੈਗੇ, ਉਹ ਦੇਖ ਲੈਂਦੇ ਹੈਗੇ ਆਪਾਂ। ਵੈਸਾਲੀ ਹੈ, ਪਹਿਲਾਂ ਵੈਸਾਲੀ ਦੀ ਇੰਪੋਰਟੈਂਸ ਦੇਖ ਲੈਂਦੇ ਕਿ ਕਿੱਥੇ, ਮੁਜ਼ੱਫਰਨਗਰ ਦੇ ਵਿੱਚ ਹੈਗਾ ਗਾ। ਕਲੀਅਰ ਜੀ। ਓਕੇ। ਤਾਂ ਇੱਥੇ ਕੀ ਸੀਗਾ, ਮਹਾਂਵੀਰ ਦਾ ਕੀ ਹੈਗਾ, ਇਸ ਦੇ ਵਿੱਚ ਹੀ ਕੁੰਡਗ੍ਰਾਮ ਜਿਹੜਾ ਇੱਕ ਪਲੇਸ ਹੈਗਾ ਗਾ, ਜਿੱਥੇ ਬਰਥ ਹੋਇਆ ਕਿਹਦਾ, ਮਹਾਂਵੀਰ ਜੈਨ ਦਾ। ਦੇਖੋ ਇੰਪੋਰਟੈਂਸ ਉਦੋਂ ਉੱਪਰ ਵੀ ਦੇਖਿਆ ਸੀ ਆਪਾਂ, ਇੱਥੇ ਕਿਹਦੇ ਨਾਲ ਸੰਬੰਧਿਤ ਹੈ, ਇਹ ਜੈਨਿਜ਼ਮ। ਉੱਪਰ ਕੌਣ ਸੀ, ਬੁੱਧਿਜ਼ਮ ਸੀਗਾ। ਉਸ ਤੋਂ ਬਾਅਦ ਨਾਲੰਦਾ ਜਿਹੜੀ ਯੂਨੀਵਰਸਿਟੀ ਆਪਾਂ ਦੇਖੀ ਹੈਗੀ ਆ ਨਾ, ਉੱਥੇ ਦੀ ਗੱਲ ਕਰ ਰਹੇ ਹਾਂ। ਤਾਂ ਇੱਥੇ ਕੁਝ ਸਮਾਂ ਇਹ ਰਹੇ ਸੀ। ਇੱਥੇ ਆਜੀਵਿਕਾ ਦਾ ਜਿਹੜੇ ਫਾਊਂਡਰ ਸੀਗੇ ਗੋਸਾਲ, ਠੀਕ ਆ, ਤਾਂ ਉਹਨਾਂ ਦੇ ਨਾਲ ਇੱਥੇ ਇਹਨਾਂ ਦੀ ਮੁਲਾਕਾਤ ਆ ਜਿਹੜੀ ਹੁੰਦੀ ਹੈ। ਇਹ ਸਵਾਲ ਬਹੁਤ ਵਾਰ ਰਿਪੀਟ ਵੀ ਹੋਇਆ ਹੈਗਾ ਕਿ ਇਹਨਾਂ ਦੀ ਮੁਲਾਕਾਤ ਕਿੱਥੇ ਹੋਈ ਸੀ, ਨਾਲੰਦਾ ਦੇ ਵਿੱਚ ਹੋਈ ਸੀ। ਜਿਹੜੇ ਆਜੀਵਿਕਾ ਦੇ ਗੋਸਾਲ, ਜਿਹੜੇ ਉਹਨਾਂ ਦੇ ਫਾਊਂਡਰ ਸੀਗੇ ਗੋਸਾਲ, ਉਹਨਾਂ ਦੇ ਨਾਲ ਇਹਨਾਂ ਦੀ ਇੱਥੇ ਮੀਟਿੰਗ ਆ ਜਿਹੜੀ ਹੁੰਦੀ ਹੈ ਜੀ। ਉਸ ਤੋਂ ਬਾਅਦ ਰਾਜਗ੍ਰਹਿ ਦੀ ਇੰਪੋਰਟੈਂਸ ਦੇਖਦੇ ਹਾਂ ਅਸੀਂ। ਠੀਕ ਹੈ। ਰਾਜਗ੍ਰਹਿ ਦੇ ਵਿੱਚ ਜੇਕਰ ਦੇਖਦੇ ਹੈਗੇ ਆ ਤਾਂ ਇੱਥੇ ਪਾਵਾ ਦੇ ਵਿੱਚ ਕੀ ਹੈਗਾ ਗਾ, ਐਕਸਪਾਇਰ ਆ ਜਿਹੜੇ ਹੋ ਜਾਂਦੇ ਹੈਗੇ ਆ। ਠੀਕ ਆ। ਤਾਂ ਹੋਰ ਰਾਜਗ੍ਰਹਿ ਦੀ ਇੰਪੋਰਟੈਂਸ ਕੀ ਹੈ, ਰਾਜਗ੍ਰਹਿ ਕੀ ਹੈਗਾ ਗਾ, ਮਗਧ ਦੀ ਕੈਪੀਟਲ ਵੀ ਜਿਹੜਾ ਰਹਿੰਦਾ ਹੈਗਾ। ਕਲੀਅਰ ਜੀ। ਆਈ ਹੋਪ ਤੁਹਾਨੂੰ ਸਾਰਾ ਦਾ ਸਾਰਾ ਸਮਝਾ ਜਿਹੜਾ ਆ ਗਿਆ ਹੋਊਗਾ। ਕਲੀਅਰ ਜੀ। ਤਾਂ ਇੱਥੇ ਆਪਾਂ ਦੇਖਿਆ ਕਿ ਤੁਸੀਂ ਕਿੱਦਾਂ ਮੈਪ ਨੂੰ ਫਿਲ ਕਰਨਾ ਹੈਗਾ, ਕਿੱਦਾਂ ਸਿਟੀ ਉਸ ਦੇ ਵਿੱਚ ਫਿਲ ਕਰਨੇ ਆ, ਅਤੇ ਫਿਰ ਕਿੱਦਾਂ ਉਸ ਨੂੰ ਤੁਸੀਂ ਐਕਸਪਲੇਨ ਆ ਜਿਹੜਾ ਕਰਨਾ ਹੈਗਾ। ਠੀਕ ਆ ਜੀ। ਧੰਨਵਾਦ।